Swayam Prabha. Digital India. Educated India. सत श्री अकाल दोस्तों, मैं प्रोफेसर डॉक्टर अमन अमृत चीमा बतौर डायरैक्टर पंजाब यूनिवर्सिटी रीजनल सेंटर लुधियाना विच काम कर रही हाँ ਅਤੇ ਕਾਨੂੰਨ ਦੀ ਪ੍ਰੋਫੈਸਰ ਵੀ ਹਾਂ। ਅੱਜ ਤੁਹਾਡੇ ਸਾਹਮਣੇ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ 1882 ਦੀਆਂ ਕੁਝ ਇੰਪੋਰਟੈਂਟ ਧਾਰਾਵਾਂ ਦੀ ਸਟੱਡੀ ਕਰਵਾਉਣ ਜਾ ਰਹੀ ਹਾਂ। ਅੱਜ ਦਾ ਮੇਰਾ ਕੋਰਸ ਲੈਕਚਰ ਹੈ ਜਾਇਦਾਦ ਦੇ ਤਬਾਦਲੇ ਦਾ ਅਰਥ। ਸੈਕਸ਼ਨ 5 ਕਿਸ ਕਿਸਮ ਦੀ ਜਾਇਦਾਦ ਦਾ ਤਬਾਦਲਾ ਕੀਤਾ ਜਾ ਸਕਦਾ ਹੈ। ਸੈਕਸ਼ਨ 6A ਐਂਡ 43 ਦੀ ਕੁਝ ਸਟੱਡੀ ਕਰਾਂਗੇ। ਧਾਰਾ 5 ਜਾਇਦਾਦ ਦਾ ਤਬਾਦਲਾ, ਉਸਦੀ ਕੀ ਪਰਿਭਾਸ਼ਾ ਹੈ। ਹੇਠ ਲਿਖੀਆਂ ਹੁਣ ਇਹ ਜਿਹੜੀ ਧਾਰਾ ਹੈ 5, ਇਹ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ 1882 ਦੇ ਵਿੱਚ ਸਟੈਚਿਊਟ ਦੇ ਵਿੱਚ ਦਿੱਤੀ ਗਈ ਹੈ। ਉਸ ਦੇ ਮੁਤਾਬਿਕ ਲਿਖਿਆ ਗਿਆ ਹੈ ਕਿ ਹੇਠ ਲਿਖੀਆਂ ਧਾਰਾਵਾਂ ਵਿੱਚ ਸੰਪਤੀ ਦਾ ਤਬਾਦਲਾ ਦਾ ਅਰਥ ਹੈ ਇੱਕ ਅਜਿਹਾ ਕਾਰਜ ਜਿਸ ਦੁਆਰਾ ਇੱਕ ਜੀਵਤ ਵਿਅਕਤੀ ਮੌਜੂਦਾ ਜਾਂ ਭਵਿੱਖ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਰ ਜੀਵਿਤ ਵਿਅਕਤੀਆਂ ਨੂੰ ਜਾਂ ਆਪਣੇ ਆਪ ਨੂੰ ਅਤੇ ਇੱਕ ਜਾਂ ਇੱਕ ਤੋਂ ਵੱਧ ਹੋਰ ਜੀਵਿਤ ਵਿਅਕਤੀਆਂ ਨੂੰ ਜਾਇਦਾਦ ਸੌਂਪਦਾ ਹੈ ਅਤੇ ਸੰਪਤੀ ਦਾ ਤਬਾਦਲਾ ਕਰਨਾ ਅਜਿਹਾ ਕਾਰਜ ਹੈ। ਸੋ ਇਹ ਪ੍ਰੋਵੀਜ਼ਨ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ ਸੈਕਸ਼ਨ 5 ਇਹ ਕਹਿੰਦਾ ਹੈ ਕਿ ਜੀਵਿਤ ਵਿਅਕਤੀ, ਕਿ ਇਹ ਟ੍ਰਾਂਸਫਰ ਹੈ ਇੱਕ ਜੀਵਿਤ ਵਿਅਕਤੀ ਵੱਲੋਂ ਕਿਸ ਨੂੰ ਦੂਸਰੇ ਜੀਵਿਤ ਵਿਅਕਤੀ ਨੂੰ ਕੀਤੀ ਜਾਵੇ ਅਤੇ ਇਸ ਦੀਆਂ ਕੋਈ ਹੋਰ ਵਿਸ਼ੇਸ਼ਤਾਵਾਂ ਵੀ ਹੈ, ਕੋਈ ਹੋਰ ਅਸੈਂਸ਼ੀਅਲ ਫੀਚਰ ਵੀ ਹੈ। ਅੱਗੇ ਜੇ ਪੜ੍ਹੀਏ ਤਾਂ ਇਸ ਧਾਰਾ ਵਿੱਚ ਜੀਵਿਤ ਵਿਅਕਤੀ ਵਿੱਚ ਇੱਕ ਕੰਪਨੀ ਜਾਂ ਐਸੋਸੀਏਸ਼ਨ ਜਾਂ ਵਿਅਕਤੀਆਂ ਦੀ ਸੰਸਥਾ ਸ਼ਾਮਿਲ ਹੈ। ਭਾਵੇਂ ਉਹ ਸ਼ਾਮਿਲ ਹੋਵੇ ਜਾਂ ਨਾ ਹੋਵੇ, ਜੋ ਇਸ ਦਾ ਮਤਲਬ ਹੈ ਕਿ ਚਾਹੇ ਉਹ ਇਨਕੋਰਪੋਰੇਟਡ ਹੋਵੇ ਜਾਂ ਨਾ ਹੋਵੇ, ਪਰ ਇੱਥੇ ਸ਼ਾਮਿਲ ਕੁਝ ਵੀ ਕੰਪਨੀਆਂ, ਐਸੋਸੀਏਸ਼ਨਾਂ ਜਾਂ ਵਿਅਕਤੀਆਂ ਦੀਆਂ ਸੰਸਥਾਵਾਂ ਨੂੰ ਜਾਂ ਉਹਨਾਂ ਦੁਆਰਾ ਜਾਇਦਾਦ ਦੇ ਤਬਾਦਲੇ ਨਾਲ ਸੰਬੰਧਿਤ ਕਿਸੇ ਵੀ ਕਾਨੂੰਨ ਨੂੰ ਪ੍ਰਭਾਵਿਤ ਨਹੀਂ ਕਰੇਗਾ। ਹੁਣ ਅਸੀਂ ਅਸੈਂਸ਼ੀਅਲ ਫੀਚਰਸ ਜਾਂ ਇੰਪੋਰਟੈਂਟ ਪੁਆਇੰਟਸ ਜਾਂ ਜ਼ਰੂਰੀ ਵਿਸ਼ੇਸ਼ਤਾਵਾਂ ਦੀ ਗੱਲ ਕਰਦੇ ਹੋਏ ਅੱਗੇ ਵਧਦੇ ਹਾਂ, ਜਿੱਥੇ ਮੈਂ ਐਕਸਪਲੇਨ ਕਰਾਂਗੀ ਕਿ ਜੀਵਿਤ ਵਿਅਕਤੀ ਕੌਣ ਹੁੰਦਾ ਹੈ। ਜੀਵਿਤ ਵਿਅਕਤੀ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ ਦੇ ਹਿਸਾਬ ਨਾਲ ਜਿਹੜੀ ਟ੍ਰਾਂਸਫਰ ਹੈ ਉਹ ਇੰਟਰਵਾਈਵਸ ਹੈ। ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਵੀ ਟ੍ਰਾਂਸਫਰ ਕੀਤੀ ਜਾਏਗੀ ਉਹ ਬਿਟਵੀਨ ਲਿਵਿੰਗ ਪਰਸਨਸ ਹੀ ਹੋਏਗੀ। ਹੁਣ ਇੱਦਾਂ ਦੀਆਂ ਕਈ ਟ੍ਰਾਂਸਫਰਸ ਹੈ ਜਿਹੜੀਆਂ ਲਿਵਿੰਗ ਪਰਸਨਸ ਦੇ ਸੰਬੰਧਿਤ ਨਹੀਂ ਹੁੰਦੀਆਂ। ਜਿਸ ਤਰ੍ਹਾਂ ਕੋਈ ਆਪਣੀ ਵਸੀਅਤ ਛੱਡ ਕੇ ਚਲਾ ਜਾਂਦਾ ਹੈ, ਵਸੀਅਤ ਦੇ ਵਿੱਚ ਜਦੋਂ ਉਹ ਛੱਡ ਕੇ ਚਲਾ ਜਾਂਦਾ ਹੈ ਉਹ ਟ੍ਰਾਂਸਫਰ ਨਹੀਂ ਮੰਨਿਆ ਜਾਏਗਾ, ਕਿਉਂਕਿ ਉਹ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ ਵਿੱਚ ਲਿਵਿੰਗ ਪਰਸਨਸ ਦੇ ਵਿੱਚ ਟ੍ਰਾਂਸਫਰ ਨਹੀਂ ਹੈ। ਲਿਵਿੰਗ ਪਰਸਨਸ ਦੇ ਵਿੱਚ ਇੱਕ ਪਾਰਟੀ, ਪਹਿਲੀ ਬਾਇਰ ਪਾਰਟੀ ਜਿਹੜੀ ਹੈ ਉਹ ਲਿਵਿੰਗ ਹੋਣੀ ਚਾਹੀਦੀ ਹੈ ਤੇ ਸੈਲਰ ਜਿਹੜੀ ਹੈ ਉਹ ਵੀ ਲਿਵਿੰਗ ਹੋਣਾ ਚਾਹੀਦਾ ਹੈ। ਜੀਵਿਤ ਵਿਅਕਤੀ ਦੀ ਜੋ ਪਰਿਭਾਸ਼ਾ ਕਾਨੂੰਨ ਦੇ ਹਿਸਾਬ ਨਾਲ ਕਾਫੀ ਬ੍ਰੌਡ ਹੈ। ਉਸ ਦੇ ਵਿੱਚ ਸਿਰਫ ਸਾਹ ਲੈਂਦੇ ਇਨਸਾਨ ਜੀਵਿਤ ਵਿਅਕਤੀ ਨਹੀਂ ਹਨ, ਸਗੋਂ ਕਿ ਕਾਨੂੰਨੀ ਵਿਅਕਤੀ ਵੀ ਇਸ ਦਾ ਹਿੱਸਾ ਹਨ। ਕਾਨੂੰਨੀ ਵਿਅਕਤੀ ਜਾਂ ਇੱਕ ਕੰਪਨੀ ਜਾਂ ਐਸੋਸੀਏਸ਼ਨ ਜਾਂ ਵਿਅਕਤੀਆਂ ਦੀ ਸੰਸਥਾ ਇਹਦੇ ਵਿੱਚ ਸ਼ਾਮਿਲ ਹੈ। ਸੋ ਜੁਰਿਸਟਿਕ ਪਰਸਨ
या कंपनी या एसोसीएशन और बॉडी ऑफ इंडिविजुअल्स ये फॉर्म करते हैं एक लिविंग पर्सन। कंपनी ਨੂੰ ਵੀ ਲਿਵਿੰਗ ਪਰਸਨ ਦਾ ਦਰਜਾ ਦਿੱਤਾ ਗਿਆ ਹੈ ਤੇ ਨਾਲ ਹੀ ਐਸੋਸੀਏਸ਼ਨਸ ਜਿਸ ਤਰ੍ਹਾਂ ਕਾਰਪੋਰੇਸ਼ਨਸ, ਮਿਊਨਿਸਿਪਲ ਕਾਰਪੋਰੇਸ਼ਨਸ ਜਾਂ ਗਵਰਨਮੈਂਟ ਕਾਰਪੋਰੇਸ਼ਨਸ ਜਾਂ ਇਵਨ ਪ੍ਰਾਈਵੇਟ ਕਾਰਪੋਰੇਸ਼ਨਸ ਨੂੰ ਵੀ ਲਿਵਿੰਗ ਪਰਸਨ ਦਾ ਦਰਜਾ ਦਿੱਤਾ ਗਿਆ ਹੈ। ਪਰ ਇਸ ਵਿੱਚ ਭਗਵਾਨ ਦੀ ਮੂਰਤੀ, ਮੰਦਿਰ ਜਾਂ ਇੱਥੋਂ ਤੱਕ ਕਿ ਦਰਬਾਰ ਵੀ ਸ਼ਾਮਿਲ ਨਹੀਂ ਹੈ। ਇਹ ਕਈ ਵਾਰ ਕੁਐਸਚਨ ਉੱਠਿਆ ਹੈ ਕਿ ਲਿਵਿੰਗ ਪਰਸਨ ਦੇ ਵਿੱਚ ਕੀ ਭਗਵਾਨ ਜਾਂ ਭਗਵਾਨ ਦੀ ਮੂਰਤੀ ਜਾਂ ਇੱਕ ਟੈਂਪਲ, ਗੁਰਦੁਆਰਾ ਜਾਂ ਇੱਕ ਕਚਹਿਰੀ ਕੋਰਟ ਕੀ ਇਹ ਲਿਵਿੰਗ ਪਰਸਨ ਹੈ? ਕਿਉਂਕਿ ਇਹ ਲੋग ट्रांसफर कर सकते हैं। लिविंग पर्सन तो मतलब ये है कि जड़ा लिविंग पर्सन या ज्यूरिस्टिक पर्सन डिक्लेयर हो गया उसके कई हक हकूक ते उसके कई राइट्स एंड लाइबिलिटीज बन जांदियां हैं। हुण ये भगवान की जिहड़ी मूर्ति है कि वो लिविंग पर्सन है या भगवान इटसेल्फ लिविंग पर्सन है? तो कई जजमेंट्स इस ते आईयां। भूपति नाथ वर्सेस रामलाल, भूपति नाथ बनाम रामलाल 1910 की जजमेंट है जी। इस दे विच ये मन्निया गया सी कि मूर्ति धार्मिकता दा प्रतीक है अते ये हिंदू धर्म दे विरुद्ध है कि एक धार्मिकता किसी भी जायदाद या दुनियावी वस्तु नूं स्वीकार करे। सो 1910 विच इस जजमेंट च ये गया कि जिहड़ी मूर्ति है वो इन्हां सब चीज़ां तो उपर है, वो उठी हुई है, वो कोई प्रॉपर्टी लै नहीं सकती ते वो कोई गुड्स दो रब दा सारा कार्यक्रम रब दा चलाया जा रहा है बट उसनूं कोई लालच नहीं, इसलिए वो कोई भी चीज़ पजेस नहीं करता। पर अगे SGPC दा केस होया, SGPC बनाम सोमनाथ दास एंड अदर्स, ये 2000 दा केस सी ते अयोध्या केस भी जिहड़ा रीसेंट 2019 विच होया उहदे विच सुप्रीम कोर्ट ने ये कहा कि रब या भगवान वो एक ज्यूरिस्टिक पर्सन नहीं है, पर रब दी मूर्ति आइडल, रब दी जो मूर्ति है वो ज्यूरिस्टिक पर्सन है। सो मूर्ति एक प्रॉपर्टी पजेस कर सकती है तो जिहड़ी उहदे कोल पोजेशन है उस ते टैक्स भी लग सकता है। अगे 1926 दे विच भी इशू सामने ये आया कि जिहड़ी मंदिर दी जगह है कि वो जगह भी ज्यूरिस्टिक पर्सन है या सिर्फ मूर्ति ज्यूरिस्टिक पर्सन है। बायोपात राव बनाम रामचंद्र 1926 के केस विच ये कहा गया कि मंदिर कोई जीवित या कानूनी व्यक्ति नहीं है। सो इस दे विच ये कहा गया कि जीवित व्यक्ति दे विच जीवित जेड़े साह लैंदे वो तो है ही है, उस दे नाल नाल ज्यूरिस्टिक पर्सन दी डेफिनेशन दे विच आइडल ऑफ द गॉड इज इंक्लूडेड इन इट बट नॉट टेंपल, या टेंपल नहीं है या कोर्ट भी ज्यूरिस्टिक पर्सन दी डेफिनेशन विच नहीं आंदा। कंपनियां आंदियां हैं, कॉरपोरेशन आंदे हैं। दूसरी इंपॉर्टेंट गल जिहड़ी इहदे विच देखण वाली है वो है टेस्टामेंटरी सक्सैशन, कि वसीयत नाल कोई अपनी प्रॉपर्टी दे के जांदा है या गैर वसीयत कोई प्रॉपर्टी दे के जांदा है कि उसदी ट्रांसफर भी ट्रांसफर ऑफ प्रॉपर्टी एक्ट नाल जुड़ी हुई है, कि उसदियां धारावां ट्रांसफर ऑफ प्रॉपर्टी एक्ट दे विच है। तो मैं कहना चाहूँगी कि नहीं। क्यों? क्योंकि जिहड़ी वसीयत है, वसीयत एक विश है, विश है एक इंसान दी कि मेरी प्रॉपर्टी इस बंदे नूं दित्ती जावे।
ਉਹ ਨਾਲੇ ਉਹ ਲਿਵਿੰਗ ਪਰਸਨ ਨਹੀਂ ਹੈ। ਵਸੀਅਤ ਕਦੋਂ ਖੁੱਲਦੀ ਹੈ? ਜਦ ਇੱਕ ਇਨਸਾਨ ਮਰ ਜਾਂਦਾ ਹੈ। ਸੋ ਟ੍ਰਾਂਸਫਰ, ਜਿਹੜੀ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ ਅਸੀਂ ਪੜਾਂਗੇ, that is relating to transfer inter vivos between living persons। conveyance of the property, कि property किस तरह बेची जाती है, की कानून है, की जरूरी चीज़ां हैं प्रॉपर्टी दे वेचण ते। ट्रांसफर करन वाले दे हक विच एक नवां सिरलेख जां हित दी सिरजना, जिसने प्रॉपर्टी ट्रांसफर की है, जदों दूसरे इंसान को ट्रांसफर करता है तां वो एक नवा टाइटल क्रिएट करता है, नवा इंटरस्ट क्रिएट करता है बायर दे हित विच। सो बायर नू एक नया टाइटल मिलता है। किहड़ा टाइटल मिलता है कि वो ओनर है प्रॉपर्टी दा, सो ओनू ओनरशिप राइट मिलता है। बट कुछ ऐसे एग्रीमेंट्स हुंदे है ਜਿਹਦੇ ਵਿੱਚ ਜਿਹੜੇ ट्रांसफर नहीं ਮੰਨੇ ਜਾਂਦੇ, ਜਿਸ ਤਰ੍ਹਾਂ ਕਿ ਵੰਡ ਕੀ ਹੈ? ਪਾਰਟੀਸ਼ਨ ਦੇ ਵਿੱਚ ट्रांसफर ਜਿਹੜੀ ਹੈ, ਕੁਐਸਚਨ ਇਹ ਆਂਦਾ ਹੈ ਕਿ ਜਦੋਂ ਇੱਕ ਪਾਰਟੀਸ਼ਨ ਕੀਤੀ ਜਾਵੇ, ਜਦੋਂ ਇੱਕ ਵੰਡ ਹੁੰਦੀ ਹੈ ਦੋ ਭਰਾਵਾਂ ਦੇ ਵਿੱਚ ਵੰਡ, ਜਾਂ ਫਾਦਰ ਤੇ ਸਨਸ ਦੇ ਵਿੱਚ ਜਿਹੜੀ ਵੰਡ ਹੁੰਦੀ ਹੈ, ਕੀ ਉਹ ट्रांसफर है? ਤਾਂ ਉਹ ਕਿਹਾ ਜਾਂਦਾ ਹੈ ਕਿ ਉਹ ਟ੍ਰਾਂਸਫਰ ਨਹੀਂ ਹੈ। ਕਿਉਂ? ਕਿਉਂਕਿ ਵੰਡ ਉੱਥੇ ਹੀ ਹੈ ਜਿੱਥੇ ਆਲਰੇਡੀ ਉਹਨਾਂ ਦਾ ਇੱਕ ਰਾਈਟ ਹੋਵੇ, ਉਹਨਾਂ ਦਾ ਇੰਟਰਸਟ ਕ੍ਰੀਏਟਡ ਹੈ ਪ੍ਰੋਪਰਟੀ ਦੇ ਵਿੱਚ। ਸੋ ਨया ਟਾਈਟਲ, ਨया ਰਾਈਟ ਕੁਝ ਕ੍ਰੀਏਟ ਨਹੀਂ ਹੁੰਦਾ। ਵੰਡ ਵਿੱਚ ਸਿਰਫ ਹਿੱਸੇ ਵੰਡੇ ਜਾਂਦੇ ਹੈ ਕਿ ਜਿਹੜਾ ਹਿੱਸਾ ਤੇਰੇ ਕੋਲ ਹੈ ਉਹ ਦਿੱਤਾ ਜਾਂਦਾ ਹੈ। ਚਾਰਜ, ਸਮਰਪਣ, ਸਮਝੌਤਾ, ਇਹ ਸਾਰੇ ਜਿਹੜੀਆਂ ਟ੍ਰਾਂਸਫਰਸ ਹੈ ਇਹ ਆਪਸ ਦੀਆਂ ਐਗਰੀਮੈਂਟਸ ਹੈ। ਇਹ ਐਗਰੀਮੈਂਟਸ ਜਿਹੜੇ ਹੈ ਉਹ ट्रांसफर नहीं ਮੰਨੇ ਜਾਂਦੇ, ਉਹ ट्रांसफर ਦੀ ਡੈਫੀਨੇਸ਼ਨ ਵਿੱਚ ਨਹੀਂ ਆਉਂਦੇ ਹੈ, ਕਿਉਂਕਿ ਇੱਕ ਨया ਟਾਈਟਲ ਕ੍ਰੀਏਟ ਨਹੀਂ ਹੁੰਦਾ। ਕਿਹੜੀ ਪ੍ਰੋਪਰਟੀ ਟ੍ਰਾਂਸਫਰ ਕੀਤੀ ਜਾ ਸਕਦੀ ਹੈ? ਅਸੀਂ ਜਦੋਂ ਸੈਕਸ਼ਨ 5 ਪੜ੍ਹਦੇ ਹਾਂ ਤੇ ਉਹਦੇ ਵਿੱਚ ਵਰਡ ਲਿਖਿਆ ਹੈ ਪ੍ਰੈਜ਼ੈਂਟ ਔਰ ਇਨ ਫਿਊਚਰ। ਹੁਣ ਇਹ ਪ੍ਰੈਜ਼ੈਂਟ ਔਰ ਇਨ ਫਿਊਚਰ ਦਾ ਮਤਲਬ ਇਹ ਨਹੀਂ ਕਿ ਜਿਹੜੀ ਪ੍ਰੋਪਰਟੀ ਅੱਜ ਹੈ ਤੁਹਾਡੇ ਨਾਮ ਤੇ ਉਸ ਨੂੰ ਆ ਟ੍ਰਾਂਸਫਰ ਕਰ ਸਕਦੇ ਹੋ, ਜਾਂ ਕੱਲ ਨੂੰ ਤੁਹਾਡੇ ਨਾਮ ਤੇ ਹੋਏਗੀ ਫਿਊਚਰ ਵਿੱਚ ਉਸ ਨੂੰ ਟ੍ਰਾਂਸਫਰ ਕਰ ਸਕਦੇ ਹੋ। ਨਹੀਂ, ਇਸ ਦਾ ਮਤਲਬ ਇਹ ਹੈ ਕਿ ਤੁਸੀਂ ਅੱਜ ਦੇ ਦਿਨ ਪ੍ਰੋਪਰਟੀ ਟ੍ਰਾਂਸਫਰ ਕਰ ਸਕਦੇ ਹੋ, ਜਾਂ ਕਹਿ ਸਕਦੇ ਹੋ ਕਿ ਮੈਂ ਅੱਜ ਇਹ ਪ੍ਰੋਪਰਟੀ ਬੀ ਨੂੰ ਟ੍ਰਾਂਸਫਰ ਕਰਦਾ ਹਾਂ, ਬਟ ਇਹ ਟ੍ਰਾਂਸਫਰ ਕਦੋਂ ਹੋਏਗੀ? ਇਹ ਟ੍ਰਾਂਸਫਰ ਅੱਜ ਤੋਂ 6 ਮਹੀਨਿਆਂ ਬਾਅਦ ਪੱਕੀ ਹੋਏਗੀ। ਟ੍ਰਾਂਸਫਰ ਤੁਸੀਂ ਅੱਜ ਕਰ ਰਹੇ ਹੋ, ਬਟ ਫਿਊਚਰ ਦੇ ਵਿੱਚ ਉਸ ਦਾ ਪੋਜੈਸ਼ਨ ਉਸ ਨੂੰ ਮਿਲੇਗਾ, ਜਾਂ ਉਸ ਦੀ ਓਨਰਸ਼ਿਪ ਉਸ ਨੂੰ 6 ਮਹੀਨਿਆਂ ਬਾਅਦ ਮਿਲੇਗੀ। ਸੋ ਉਹ ਉਸ ਦਾ ਮਤਲਬ ਹੈ ਕਿ ਫਿਊਚਰ ਦੇ ਵਿੱਚ ਮੈਂ ਟ੍ਰਾਂਸਫਰ ਤੁਹਾਨੂੰ ਰਾਈਟ ਮਿਲ ਸਕਣਗੇ। ਅੱਗੇ ਹੈ ਪ੍ਰੋਪਰਟੀ, ਜਾਇਦਾਦ। ਹੁਣ ਜਾਇਦਾਦ ਦੀ ਡੈਫੀਨੇਸ਼ਨ ਕਿੱਥੇ ਦਿੱਤੀ ਗਈ ਹੈ? ਜਾਇਦਾਦ ਦੇ ਵਿੱਚ ਕੀ ਆਉਂਦਾ ਹੈ? ਐਕਟ ਵਿੱਚ ਇਸ ਦੀ ਕੋਈ ਪਰਿਭਾਸ਼ਾ ਨਹੀਂ ਹੈ। ਟ੍ਰਾਂਸਫਰ ਆਫ ਪ੍ਰਾਪਰਟੀ ਐਕਟ ਪ੍ਰੋਪਰਟੀ ਟਰਮ ਦੀ ਡੈਫੀਨੇਸ਼ਨ ਨਹੀਂ ਦਿੱਤੀ ਗਈ, ਬਟ ਆਮ ਤੌਰ ਤੇ ਇਸ ਨੂੰ ਸਮਝਿਆ ਜਾਂਦਾ ਹੈ ਕਿ ਜਿਹੜੀ ਵੀ ਚੀਜ਼ ਮਾਲਕੀ ਦੇ ਯੋਗ ਹੋਵੇ, ਕੈਪੇਬਲ ਆਫ ਬੀਇੰਗ ਓਨਡ, ਜਿਸ ਨੂੰ ਅਸੀਂ ਹਾਸਿਲ ਕਰ ਸਕੀਏ, ਉਹ ਜਿਹੜੀ ਵੀ ਚੀਜ਼ ਐਸੀ ਹੈ ਉਸ ਨੂੰ ਪ੍ਰੋਪਰਟੀ ਕਿਹਾ ਜਾਂਦਾ ਹੈ। ਇਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੈ? ਭੌਤਿਕ ਵਸਤੂਆਂ ਸ਼ਾਮਿਲ ਹਨ, ਫਿਜ਼ੀਕਲ ਆਬਜੈਕਟਸ, ਫਿਜ਼ੀਕਲ ਆਬਜੈਕਟਸ ਇਸ ਦੇ ਵਿੱਚ ਸ਼ਾਮਿਲ ਹਨ, ਜਿਸ ਤਰ੍ਹਾਂ ਲੈਂਡ, ਜਿਸ ਤਰ੍ਹਾਂ ਕੋਈ ਵੀ ਚੀਜ਼ ਹੈ, ਕੋਈ ਮੇਜ਼, ਕੁਰਸੀ, ਉਹ ਵੀ ਪ੍ਰੋਪਰਟੀ ਹੈ ਜਿਸ ਦੀ ਇੱਕ ਫਿਜ਼ੀਕਲ ਰੂਪ ਹੋਵੇ, ਉਹ ਫਿਜ਼ੀਕਲ ਪ੍ਰੋਪਰਟੀ ਹੈ। ਇਸ ਦੇ ਨਾਲ ਪ੍ਰੋਪਰਟੀ ਦੇ ਫਿਜ਼ੀਕਲ ਰੂਪ ਦੇ ਵਿੱਚ ਹੋਣ ਨਾਲ ਉਸ ਦੇ ਜਿਹੜੇ ਰਾਈਟਸ, ਉਸ ਦੇ ਅਧਿਕਾਰ, ਉਸ ਦੇ ਰਾਈਟਸ ਹੈ,
वो भी इंक्लूडेड है इन द डेफिनेशन ऑफ प्रॉपर्टी। फॉर एग्जाम्पल, जिस तरह एक इंसान है, उसदे कोल प्रॉपर्टी नूं लैके 3 राइट्स हैं, 3 अधिकार हैं। मालकी दा अधिकार, कब्जे दा अधिकार अते बेगानी दा अधिकार। बेगानी मीन्स एलियनेशन, कि वो उस प्रॉपर्टी नूं बेच सकता है। सो मालकी दा अधिकार मीन्स ओनरशिप राइट है उसदे कोल, वो प्रॉपर्टी दा मालक है। ये राइट है, ये जिस तरह मैं क्या फिजिकल ऑब्जेक्ट्स जो दिखते हैं, जिसनों असी महसूस कर सकते हैं, बट ये राइट्स है जिन्हां नूं असी महसूस नहीं कर सकते हैं। वो इनटेंजिबल प्रॉपर्टीज़ है, इनकॉर्पोरियल प्रॉपर्टीज़ है, बट वो हक है तुहाडे ते वो प्रॉपर्टी मन्ने जाते हैं। अंग्रेजी कानून विच इन्हां हितां नूं, इन्हां अधिकारां नूं असल अधिकार किया जाता है, रियल प्रॉपर्टीज़ किया जाता है। एक और इम्पॉर्टेंट कंडीशन है कि जायदाद मौजूद होनी चाहिए है। जायदाद शुड बी इन एग्जिस्टेंस, प्रॉपर्टी नीड्स टू बी इन एग्जिस्टेंस ऑन द डे व्हेन द ट्रांसफर टेक्स प्लेस। जिस दिन तुसी ट्रांसफर करनी है वो प्रॉपर्टी मौजूद होनी चाहिए है ते तुहाडा हक बतौर ओनर उसते होना जरूरी है। परिभाषा पढ़ते हुए असी पहली गल देखी सी लिविंग पर्सनस, के ट्रांसफर इज बिटवीन लिविंग पर्सनस। दूसरी चीज है टू हिमसेल्फ। उसे डेफिनेशन दे विच लिखिया गया सी कि ट्रांसफर कैन बी मेड टू हिमसेल्फ। हुण अगे एक बहुत वड्डा प्रश्न आंदा है कि बेचण वाला की खरीदार बन सकता है? जिहड़ा खुद ही बेच रहा है कि वो खरीदार, उसनूं की जरूरत पई है खरीदार बनन दी? बट ये देखा गया है कि टू हिमसेल्फ दी डेफिनेशन जिहड़ी है वो काफ़ी ब्रॉड है। कई बार सपोज एक माइनर है, एक बच्चा है, उसके पिताजी एज अ गार्डियन प्रॉपर्टी ट्रांसफर करते हैं। एज अ गार्डियन वो ट्रांसफर करते हैं, किसनों करते हैं? अपने आप नूं करते हैं, तद डेफिनेशन टू हिमसेल्फ आ जाएगी। जो कैपेसिटी बदल जाती है तो यदा मतलब है कि वो ट्रांसफर अपने आप नूं कर रहे, बट कैपेसिटी इन अ डिफरेंट पोजिशन वो अपने आप नूं ट्रांसफर कर रहा है। दूसरा सवाल ये उठता है, डज पार्टीशन ऑफ जॉइंट फैमिली प्रॉपर्टी अमाउंट टू ट्रांसफर? कि जे संयुक्त परिवार दी जायदाद दी वंड हुई है कि उस रकम दा तबादला हुंदा है, कि उसनूं ट्रांसफर मन्निया जाता है? इससे एक बड़ी ही इंटरेस्टिंग जजमेंट आई, सुप्रीम कोर्ट वालों दिती गई। V.N. सरीन बनाम अजीत कुमार पोपलाए। इस जजमेंट विच की होया, इस केस विच की होया, ए फादर सी, उसदे 2 बेटे सी S1 S2। इन्हां ने पार्टीशन की अपनी जॉइंट फैमिली प्रॉपर्टी दी। वो जिहड़ा बंगला जिसकी पार्टीशन की उसदे 3 हिस्से बने, तिन्नां नूं 1/3 1/3 हिस्सा मिलिया। S1 नूं जिहड़ा हिस्सा मिलिया उसते एक टैनेंट रह रहा सी, ऑलरेडी वो टैनेंट रह रहा सी, उसनूं फादर ने एज अ टैनेंट रखिया होया सी। S1 ने कोर्ट च दावा किया फॉर द eviction ऑफ द टैनेंट ऑन द ग्राउंड कि मैनू पर्सनल यूज लिए प्रॉपर्टी चाहिए है, सो दैट टैनेंट बी evicted फ्रॉम द प्रीमिसेस। टैनेंट ने दिल्ली रेंट कंट्रोल एक्ट, दिल्ली रेंट कंट्रोल एक्ट
ਦੀ ਇੱਕ ਧਾਰਾ ਦਾ ਜ਼ਿਕਰ ਕਰਦੇ ਹੋਏ ਕਿਹਾ, ਜਿਸ ਵਿੱਚ ਲਿਖਿਆ ਸੀ ਕਿ ਜਦੋਂ ਕੋਈ ਪ੍ਰਾਪਰਟੀ ਖਰੀਦਦਾ ਹੈ ਤਾਂ 5 ਸਾਲ ਤੱਕ ਉਹਦੇ ਵਿੱਚ ਬੈਠੇ ਕੋਈ ਵੀ ਟੈਨੈਂਟ ਨੂੰ ਉਹ ਇਵਿਕਟ ਜਾਂ ਕੱਢ ਨਹੀਂ ਸਕਦਾ। ਤਾਂ ਕੁਐਸਚਨ ਸਾਹਮਣੇ ਕੋਰਟ ਦੇ ਇਹ ਆਇਆ ਕਿ ਇਹ ਜਿਹੜੀ ਪਾਰਟੀਸ਼ਨ ਹੋਈ ਸੀ, ਕੀ ਇਹ ਟ੍ਰਾਂਸਫਰ ਸੀ, ਕਿ ਇਸ ਦੇ ਵਿੱਚ ਜਾਇਦਾਦ ਦਾ ਤਬਾਦਲਾ ਕੀਤਾ ਗਿਆ ਸੀ? ਕਿਉਂਕਿ ਅਗਰ ਇਹ ਤਬਾਦਲਾ ਕੀਤਾ ਗਿਆ ਹੈ ਤਾਂ ਇਸ ਨੂੰ ਇੱਕ ਨया ਟਾਈਟਲ ਮਿਲਿਆ ਹੈ, ਫਿਰ ਇਹ ਟੈਨੈਂਟ ਨੂੰ ਉਸ ਪ੍ਰਾਪਰਟੀ ਚੋਂ 5 ਸਾਲ ਤੱਕ ਨਹੀਂ ਨਿਕਾਲ ਸਕਦਾ, ਕਿਉਂਕਿ ਦਿੱਲੀ ਰੈਂਟ ਕੰਟਰੋਲ ਐਕਟ ਦੀ ਇਹ ਧਾਰਾ ਕਹਿੰਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪਾਰਟੀਸ਼ਨ ਜੋ ਹੈ ਉਹ ਤਬਾਦਲਾ ਨਹੀਂ ਹੈ, ਕਿਉਂਕਿ ਉਸਦੇ ਵਿੱਚ S1 ਦਾ ਕੋਈ ਨਵਾਂ ਟਾਈਟਲ ਕ੍ਰੀਏਟ ਨਹੀਂ ਹੋਇਆ। S1 ਵੈਸੇ ਹੀ ਉਸਦਾ ਮਾਲਕ ਸੀ, ਬਸ ਹਿੱਸਾ ਉਸਨੂੰ ਇਹ ਵਾਲਾ ਮਿਲਿਆ ਹੈ। ਸੋ ਇਸ ਲਈ S1 ਜਿੱਤ ਗਿਆ ਤੇ ਹੀ ਕੁਡ evict ਦੀ ਟੈਨੈਂਟ। ਦੂਸਰਾ ਕੁਐਸਚਨ ਹੈ ਜਿਹੜਾ ਸਾਹਮਣੇ ਆਂਦਾ ਹੈ ਕਿ ਕੀ ਪਰਿਵਾਰਿਕ ਪ੍ਰਬੰਧ ਟ੍ਰਾਂਸਫਰ ਦੇ ਬਰਾਬਰ ਹੈ? Does family arrangement amount to transfer? ਜ਼ਹੀਦਾ ਬੇਗਮ ਵਰਸਸ ਲਾਲ ਅਹਿਮਦ ਖਾਨ 2010 ਦਾ ਆਂਧਰ ਪ੍ਰਦੇਸ਼ ਹਾਈ ਕੋਰਟ ਦਾ ਕੇਸ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਫੈਮਿਲੀ ਅਰੇਂਜਮੈਂਟ ਜੋ ਹੈ ਉਹ ਇੱਕ ਇਨਫਾਰਮਲ ਅਰੇਂਜਮੈਂਟ ਹੈ ਜੋ ਕਿ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਹੈ। ਉਸ ਦੇ ਨਾਲ ਇਹ ਜ਼ਰੂਰੀ ਨਹੀਂ ਕਿ ਜਿਹੜਾ ਸ਼ੇਅਰ ਦਿੱਤਾ ਗਿਆ ਹੈ ਉਹਨਾਂ ਦਾ ਨਿਥਿਆ ਹੋਇਆ ਸ਼ੇਅਰ ਜਿਹੜਾ ਹੈ ਉਸੇ ਹਿਸਾਬ ਨਾਲ ਦਿੱਤਾ ਜਾਵੇ। ਕਦੀ ਕਦੀ ਕੋਈ ਵੱਧ ਘੱਟ ਸ਼ੇਅਰ ਵੀ ਦਿੱਤਾ ਜਾ ਸਕਦਾ ਹੈ ਤੇ ਇਹਦੇ ਵਿੱਚ ਈਵਨ ਨੌਨ ਫੈਮਿਲੀ ਮੈਂਬਰਸ could be part of the family arrangement। so ਇਹ ट्रांसफर नहीं है। ਟੇਗ ਬਹਾਦਰ ਕੇਸ ਦੇ ਵਿੱਚ ਟੇਗ ਬਹਾਦਰ ਵਰਸਸ ਦੇਵੀ ਸਿੰਘ ਕੇਸ ਸੁਪਰੀਮ ਕੋਰਟ ਦਾ, ਇਸ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਫੈਮਿਲੀ ਅਰੇਂਜਮੈਂਟ ਜੋ ਹੈ ਉਹ ਟ੍ਰਾਂਸਫਰ ਆਫ ਪ੍ਰਾਪਰਟੀ ਨਹੀਂ ਹੈ। ਇਹ ਕੁਝ ਨਵਾਂ टाइटल नवा राइट क्रिएट नहीं करते। साधु माधोदास बनाम पंडित मुकुंद राम, इस केस दे विच भी फैमिली अरेंजमेंट डज नॉट क्रिएट अ न्यू टाइटल, यह सुप्रीम कोर्ट ने कहा। अगला बड़ा मुद्दा जिहड़ा सामने आंदा है वो है कि सक्सैशन बाय विल इज अ ट्रांसफर, की वसीयत द्वारा ਜਿਹੜਾ ਹੱਕ ਦਿੱਤਾ ਗਿਆ ਹੈ ਕਿ ਉਹ ਤਬਾਦਲਾ ਹੈ। ਇਸ ਬਾਰੇ ਥੋੜੀ ਜੀ ਜਾਣਕਾਰੀ ਮੈਂ ਤੁਹਾਨੂੰ ਪਹਿਲਾਂ ਵੀ ਦੇ ਚੁੱਕੀ ਹਾਂ, ਬਟ ਇਹ ਕੇਸ ਬੜਾ ਇੰਟਰਸਟਿੰਗ ਹੈ। ਇਸ ਕੇਸ ਦੇ ਵਿੱਚ ਐਨ ਰਮਈਆ ਵਰਸਸ ਨਾਗਾਰਾਜ, ਇਹ ਕਰਨਾਟਕ ਹਾਈ ਕੋਰਟ ਦਾ ਕੇਸ ਹੈ। ਇਸ ਦੇ ਵਿੱਚ ਕੀ ਹੋਇਆ ਕਿ ਇਹ ਦੀ ਮੌਤ ਹੋ ਗਈ, ਉਸਨੇ ਆਪਣੀ ਪ੍ਰਾਪਰਟੀ ਵਿਲ ਨਾਲ ਦਿੱਤੀ। ਉਸਦੀ ਇੱਕ ਵਿਡੋ ਸੀ ਤੇ ਦੂਸਰਾ ਉਸਦਾ ਬ੍ਰਦਰ ਸਨ ਭਤੀਜਾ ਸੀ। ਭਤੀਜੇ ਦੇ ਨਾਮ ਤੇ ਵਿਲ ਸੀ ਤਾਂ ਭਤੀਜੇ ਨੇ ਕੋਰਟ 'ਚ ਕੇਸ ਕੀਤਾ ਫॉर ਲੈਟਰਸ ਆਫ ਐਡਮਿਨਿਸਟ੍ਰੇਸ਼ਨ ਟੂ ਕਲੇਮ ਦੀ ਪ੍ਰਾਪਰਟੀ ਆਫ ਏ, ਕਿ ਇਹ ਪ੍ਰਾਪਰਟੀ ਮੈਨੂੰ ਦਿੱਤੀ ਜਾਵੇ। ਵਿਡੋ ਨੇ ਕੰਟੈਸਟ ਕੀਤਾ ਕਿ ਮੈਂ ਵਿਡੋ ਹਾਂ, ਸੋ ਇਹਦੇ ਤੇ ਮੇਰਾ ਪੂਰਾ ਹੱਕ ਹੈ। ਹੁਣ ਜਦ ਇਹ ਕੰਟੈਸਟ ਚੱਲ ਰਿਹਾ ਸੀ ਤਾਂ ਭਤੀਜੇ ਨੇ ਇੰਜੰਕਸ਼ਨ ਸੂਟ ਫਾਈਲ ਕੀਤਾ ਕੋਰਟ ਦੇ ਵਿੱਚ ਤੇ ਉਸਨੇ ਇੱਕ ਸਟੇ ਲੈ ਲਿਆ ਵਿਡੋ ਦੇ ਖਿਲਾਫ ਕਿ ਵਿਡੋ ਇਸ ਪ੍ਰਾਪਰਟੀ ਨੂੰ ਜਦ ਤੱਕ ਕੇਸ ਚੱਲ ਰਿਹਾ ਹੈ ਵੇਚ ਨਹੀਂ ਸਕਦੀ, ਉਹ ਇਸ ਨੂੰ ਏਲੀਏਨੇਟ ਨਹੀਂ ਕਰ ਸਕਦੀ। इन द मीन टाइम जब तक केस चल रहा सी, की होया कि विडो ने एक विल लिखी, उस विल विच अपने ब्रदर नू उसने प्रॉपर्टी दे दिती। विल दे विच अपनी सारी प्रॉपर्टी उसनू दे दिती ते अपना सारे हक उसनू विल दे विच दे दिते। ब्रदर उस विल दे अकॉर्डिंगली
ਆਪਣੇ ਆਪ ਨੂੰ ਕੋਰਟ ਲੈ ਕੇ ਜਾਂਦਾ ਹੈ ਤੇ ਉਹਦੇ ਵਿੱਚ ਕਹਿੰਦਾ ਹੈ ਕਿ ਮੈਨੂੰ ਸਬਸਟੀਟਿਊਟ ਕਰ ਦਿੱਤਾ ਜਾਵੇ ਇਨ ਦ ਫੁੱਟਸਟੈਪਸ ਆਫ ਮਾਈ ਸਿਸਟਰ, ਕਿ ਵਿਡੋ ਉਹ ਕੇਸ ਜਿਹੜਾ ਲੜ ਰਹੀ ਸੀ ਉਸ ਦੀ ਜਗ੍ਹਾ ਤੇ ਮੈਨੂੰ ਪਾ ਦਿੱਤਾ ਜਾਵੇ, ਕਿਉਂਕਿ ਮੈਨੂੰ ਵਿਲ ਚ ਵਿਡੋ ਉਹ ਪ੍ਰਾਪਰਟੀਆਂ ਦਿੱਤੀਆਂ ਹੈ। ਕੁਐਸਚਨ ਇਹ ਆਇਆ ਕਿ ਬ੍ਰਦਰ ਸਨ, ਭਤੀਜੇ ਨੇ ਇਹ ਕੇਸ ਕੀਤਾ ਕਿ ਉਹ ਵਿਲ ਛੱਡ ਨਹੀਂ ਸਕਦੀ ਸੀ, ਉਸ ਤੇ ਇੱਕ ਸਟੇ ਆਰਡਰ ਸੀ, ਉਹ ਆਪਣੇ ਸਟੇ ਆਰਡਰ ਦੀ ਉਸਨੇ ਉਲੰਘਣਾ ਕੀਤੀ ਹੈ ਤੇ ਉਹ ਵਿਲ ਜਿਹੜੀ ਹੈ ਉਹ ਵੋਇਡ ਹੈ। ਕੁਐਸਚਨ ਇਹ ਆਇਆ ਕਿ ਜਿਹੜੀ ਵਿਲ ਨਾਲ ਟ੍ਰਾਂਸਫਰ ਕੀਤੀ ਗਈ ਹੈ ਕੀ ਉਹ ਟ੍ਰਾਂਸਫਰ ਹੈ, ਐਕਚੁਅਲ ਵਿੱਚ ਉਹ ਟ੍ਰਾਂਸਫਰ ਹੈ, ਜੋ ਵਿਲ ਵਿੱਚ ਲਿਖਿਆ ਗਿਆ ਹੈ ਕੀ ਉਹ ਟ੍ਰਾਂਸਫਰ ਹੈ? ਤਾਂ ਕੋਰਟ ਨੇ ਕਿਹਾ ਕਿ ਵਿਲ 'ਚ ਜੋ ਵੀ ਲਿਖਿਆ ਗਿਆ ਹੈ ਉਹ ਟ੍ਰਾਂਸਫਰ ਨਹੀਂ ਹੈ, ਉਹ ਇੱਕ ਇਨਸਾਨ ਦੀ ਆਪਣੀ ਇੱਕ ਵਿਸ਼ ਹੈ ਕਿ ਉਹ ਪ੍ਰੋਪਰਟੀ ਆਪਣੇ ਇਸ ਦੋਸਤ ਨੂੰ ਜਾਂ ਇਸ ਫੈਮਿਲੀ ਮੈਂਬਰ ਨੂੰ ਦੇਣਾ ਚਾਹੁੰਦਾ ਹੈ। ਸੋ ਵਿਲ ਇਜ਼ not a transfer of property. I hope ਇਹ ਤੁਹਾਨੂੰ ਕੁਐਸਚਨ ਕਲੀਅਰ ਹੋ ਗਿਆ ਹੋਵੇ। ਅੱਗੇ ਚੱਲਦੇ ਹਾਂ ਭਾਗ 6। ਭਾਗ 6 ਦੇ ਵਿੱਚ ਇਸ਼ੂ ਆਂਦਾ ਹੈ ਕਿ ਕੀ ਚੀਜ਼ ਤਬਦੀਲ ਕੀਤੀ ਜਾ ਸਕਦੀ ਹੈ, ਮਤਲਬ ਕਿ what things can be transferred. Section 6 Transfer of Property Act एक नेगेटिव सेक्शन है, which means कि इस ऊपर टाइटल च लिखिया है ਕਿਹੜੀਆਂ ਚੀਜ਼ਾਂ ਟ੍ਰਾਂਸਫਰ ਕੀਤੀਆਂ ਜਾ ਸਕਦੀਆਂ ਹਨ, what may be transferred, but ਜੇ ਤੁਸੀਂ ਡੈਫੀਨੇਸ਼ਨ ਪੜੋ ਤਾਂ ਉਸ ਦੇ ਵਿੱਚ ਕੀ ਲਿਖਿਆ ਹੈ, ਕਿਸੇ ਵੀ ਕਿਸਮ ਦੀ ਜਾਇਦਾਦ ਦਾ ਤਬਾਦਲਾ ਕੀਤਾ ਜਾ ਸਕਦਾ ਹੈ ਸਿਵਾਏ ਇਸ ਐਕਟ ਦੁਆਰਾ ਜਾਂ ਇਸ ਸਮੇਂ ਲਾਗੂ ਕਿਸੇ ਹੋਰ ਕਾਨੂੰਨ ਦੁਆਰਾ ਹੋਰ ਪ੍ਰਬੰਧ ਕੀਤੇ ਅਨੁਸਾਰ। ਕਹਿਣ ਦਾ ਭਾਵ ਇਹ ਹੈ ਕਿ ਕੋਈ ਵੀ ਚੀਜ਼ ट्रांसफर की जा सकती है except otherwise provided in the Transfer of Property Act or any other law or statute. So कुछ भी ट्रांसफर हो सकता है। हुण ये देण तो बाद जेड़े अगे sections हैगे है, section 6A onwards ਇਹ ਜਾਂਦੇ ਜਾਂਦੇ ABCD 6I ਤੱਕ ਜਿਹੜੇ ਸੈਕਸ਼ਨਸ ਹੈ ਉਹ ਦੱਸਦੇ ਹੈ ਕਿ ਕਿਹੜੀਆਂ ਚੀਜ਼ਾਂ ਟ੍ਰਾਂਸਫਰ ਨਹੀਂ ਕੀਤੀਆਂ ਜਾ ਸਕਦੀਆਂ। ਸੋ ਇਸੇ ਲਈ ਇਸ ਨੂੰ ਨੈਗੇਟਿਵ ਡੈਫੀਨੇਸ਼ਨ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਵੇਰਵਾ ਦਿੱਤਾ ਗਿਆ ਹੈ ਕਿ ਕਿਹੜੀਆਂ ਚੀਜ਼ਾਂ ਟ੍ਰਾਂਸਫਰ ਨਹੀਂ ਕੀਤੀਆਂ ਜਾ ਸਕਦੀਆਂ, ਕਿਹੜੀ ਚੀਜ਼ ਟ੍ਰਾਂਸਫਰ ਕੀਤੀ ਜਾ ਸਕਦੀ ਉਹਦੇ ਬਾਰੇ ਸਿਰਫ ਇੱਕ ਲਾਈਨ ਹੈ ਕਿ ਹਰ ਚੀਜ਼ ਟ੍ਰਾਂਸਫਰ ਕੀਤੀ ਜਾ ਸਕਦੀ ਹੈ। ਇੱਕ ਆਮ ਸਿਧਾਂਤ ਜਨਰਲ ਪ੍ਰਿੰਸੀਪਲ ਲਾਅ ਦਾ ਇਹ ਹੈ ਕਿ ਕਾਨੂੰਨ ਜਿਹੜਾ ਹੈ ਇਹ ਏਲੀਏਨੇਸ਼ਨ ਨੂੰ ਸਹਿਮਤੀ ਦਿੰਦਾ ਹੈ। ਇਟ ਫੇਵਰਸ ਏਲੀਏਨੇਸ਼ਨ ਟੂ ਅਕਿਊਮੂਲੇਸ਼ਨ। ਲਾਅ ਫੇਵਰ ਕਰਦਾ ਹੈ ਕਿ ਪ੍ਰੋਪਰਟੀ ਦੀ ਟ੍ਰਾਂਸਫਰ ਤਬਾਦਲਾ ਹੁੰਦਾ ਰਹਿਣਾ ਚਾਹੀਦਾ ਹੈ, ਕਿਸੇ ਵੀ ਇੱਕ ਹੱਥ ਵਿੱਚ ਪੱਕੇ ਤੌਰ ਤੇ ਅਕਿਊਮੂਲੇਟ ਨਹੀਂ ਹੋਣਾ ਚਾਹੀਦਾ, ਇਕੱਠਾ ਨਹੀਂ ਕਰਨਾ ਚਾਹੀਦਾ। ਜੇ ਟ੍ਰਾਂਸਫਰ ਹੁੰਦੀ ਰਹੇਗੀ ਤਾਂ ਉਹਦੇ ਨਾਲ ਬਾਇਰ ਸੈਲਰ ਦੋਨਾਂ ਨੂੰ ਫਾਇਦਾ ਹੁੰਦਾ ਰਹੇਗਾ, ਪ੍ਰੋਪਰਟੀ ਸਰਕੂਲੇਸ਼ਨ ਦੇ ਵਿੱਚ ਰਹੇਗੀ ਅਤੇ ਉਸ ਦੇ ਨਾਲ ਵੱਡੀ ਇਹ ਗੱਲ ਹੈ ਕਿ ਸਰਕਾਰ ਨੂੰ ਰੈਵਨਿਊ ਜਨਰੇਟ ਹੁੰਦਾ ਰਹੇਗਾ। ਅਗਰ ਇੱਕ ਬੰਦਾ ਉਸ ਪ੍ਰੋਪਰਟੀ ਤੇ ਇੱਕ ਉਸਦੇ ਵਾਰਿਸ 3-4 ਪੀੜ੍ਹੀਆਂ ਉਸੇ ਪ੍ਰੋਪਰਟੀ ਤੇ ਬੈਠੀਆਂ ਰਹਿਣਗੀਆਂ ਤਾਂ ਉਸਦੇ ਨਾਲ ਸਰਕਾਰ ਨੂੰ ਰੈਵਨਿਊ ਜਨਰੇਟ ਨਹੀਂ ਹੋਏਗਾ ਤੇ ਪ੍ਰੋਪਰਟੀ ਸਰਕੂਲੇਸ਼ਨ ਦੇ ਵਿੱਚ ਨਹੀਂ ਰਹੇਗੀ। ਅਸੀਂ ਹੁਣ ਦੇਖਾਂਗੇ ਧਾਰਾ 6A। ਧਾਰਾ 6A ਦੇ ਅਨੁਸਾਰ
ਕਿਹੜੀ ਪ੍ਰਾਪਰਟੀ ਟ੍ਰਾਂਸਫਰ ਨਹੀਂ ਕੀਤੀ ਜਾ ਸਕਦੀ। ਇਹਦੇ ਹਿਸਾਬ ਨਾਲ ਚਾਂਸ ਆਫ ਐਨ ਏਅਰ ਐਪਰੈਂਟ succeeding to the property cannot be transferred। chance of an heir apparent, ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਇਹ ਹੈ ਕਿ ਜੋ ਇਨਸਾਨ ਵਾਰਿਸ ਲੱਗ ਰਿਹਾ ਹੈ, ਦਿਖ ਰਿਹਾ ਹੈ, apparent means ਜਿਸ ਦਾ ਲੱਗ ਰਿਹਾ ਹੈ, ਫੇਸ ਵੈਲਿਊ ਤੋਂ ਦਿਖ ਰਿਹਾ ਹੈ ਕਿ ਇਹੀ ਇਸ ਦਾ ਵਾਰਿਸ ਹੈ। ਫॉर एग्जाम्पल मैं अपने पिता जी दी वारिस हाँ, दिख रहा है मैं वारिस हाँ, उन्हां तो बाद मैं ही विरासत लावांगी, बट संभावना है कि उन्हां दी प्रॉपर्टी दी विरासत मैं खुद लवांगी। हो सकता है वो अपने जींदे जी किसे नूं वो प्रॉपर्टी बेच देण या वो विल च अपनी वसीयत किसी होर नूं प्रॉपर्टी दे। सो मैं अगर अपने पिता जी दे रहंदे होए अपनी ही ਉਹਨਾਂ ਦੀ प्रॉपर्टी किसे नूं बेच दिन्नी हाँ, ये कह के कि कल नूं मैं ही ओनर हो जाना है ते मैं पैसे ले लैनी हाँ, ऐसी ट्रांसफर वॉइड है, ये ट्रांसफर नहीं की जा सकती। इस नूं कहंदे है ट्रांसफर ऑफ स्पेक ससैशनिस। सो इस तरह की ट्रांसफर वर्जित है, वॉइड है। जब तक मेरी प्रॉपर्टी नहीं है, मैं उसकी ओनर नहीं हाँ, मैं प्रॉपर्टी ट्रांसफर नहीं कर सकती। हो सकता है मेरे फादर मेरे पिताजी मैनू वो प्रॉपर्टी जान तो बाद देन, हो सकता है मैनू ना देन। सो संभावना दे सिर ते वो प्रॉपर्टी नू मैं ओनरशिप नहीं दे सकती। दूसरा है रिश्तेदार की मौत ते किसी रिश्तेदार नू विरासत प्राप्त होने की संभावना। रिश्तेदार की मौत ते ये भी एग्जाम्पल कुछ चांस ऑफ एन एयर एपरेंट के हिसाब नाल ही है कि सपोज मैनू पता है कि मेरे भूआ जी ने मेरे नाम ते वसीयत की हुई है, भूआ जी ने मैनू दस दिता कि तेरे नाम ते वसीयत की हुई, बट वो वसीयत बदली भी जा सकती है। उन्हां दी डेथ तो पहले वो दूसरी वसीयत करके जा सकते हैं, बट उन्हां दे जींदे जी पहली वसीयत दी सोच विच मैं ओही प्रॉपर्टी किसी होर नूं ट्रांसफर कर दवां, वो वॉइड ट्रांसफर होएगी, वो वैलिड ट्रांसफर नहीं होएगी। हुण कुछ इशूज रेज हुंदे हैं, जिस तरह इस केस विच गुलाम अब्बास वर्सेस हाजी खायम अली, ये 1973 का केस है, सुप्रीम कोर्ट का। हुण इस केस विच की होया, कोर्ट दे सामने ये आया कि एक फादर है, उसके 4 बेटे हैं, फादर ते कई लाइबिलिटी सी, काफ़ी कर्जा सी। उन्होंने अपने बेटियां नूं कहा कि मैं अपनी प्रॉपर्टी तुहानूं दवांगा, पर मेरे पहला तां तुसीं कर्जा खत्म करो। तो सारे 5 जाने बैठ के उन्होंने एग्रीमेंट किया। उस एग्रीमेंट दे विच ए और बी ने कहा कि असी सारा तुहाडा कर्जा उतारांगे, सी डी ने कहा असी नहीं उतार सकते, लेकिन असी तुहाडी प्रॉपर्टी ते भी कोई हक नहीं जमावांगे, कोई हक असी ਇਹਦੇ ਤੁਹਾਡੀ प्रॉपर्टी ते नहीं जमावांगे, क्योंकि असी तुहाडा कोई भी कर्जा नहीं उतारिया। की होया, ये एग्रीमेंट होने तो बाद फादर की डेथ हो गई। फादर की डेथ तो बाद C&D ने कोर्ट च केस कर दिता कि असी भी बराबर दे हकदार हाँ, सानू भी प्रॉपर्टी A एंड B दे हक दे हिसाब नाल सानू भी 1/4 हिस्सा मिलना चाहिए है। ते सामने आया वो एग्रीमेंट, उस एग्रीमेंट जिहदे विच इन्हां ने कहा कि असी हक नहीं लवांगे। इन्हां लोगों ने C और D ने इस सैक्शन का हवाला दिंदे होए कहा कि वो जी स्पैक ससैशनिस्ट सी, वो असी एग्रीमेंट उस टाइम कीता सी जदों सानू प्रॉपर्टी मिली भी नहीं सी, इसलिए वो वॉइड है।
बट कोर्ट गेव अ कॉन्ट्रेरी डिसीजन। कोर्ट ने कहा कि जदों किसी एग्रीमेंट दे अंदर तुसी कोई कंसिडरेशन या तुसी कोई पैसा ले लेने हो, फिर यू आर बाउंड बाय दैट एग्रीमेंट। सो क्यों? क्योंकि इत्थे पैसा ये सी कि इन्हां ने फादर दियां लाइबिलिटीज नहीं उतारियां। इट वॉज अ बेनिफिट विच वॉज गिवन टू सी एंड डी। सी और डी नू बेनिफिट मिलिया सी, इसलिए उस जिस एग्रीमेंट नाल बेनिफिट मिले वो एग्रीमेंट जेड़ा है वो वैलिड मनिया जाएगा। उस तो अगला केस है हमीदा वर्सेस जमीला। ये केस है केरला दा 2010 दा केस है, केरला हाई कोर्ट। इस केस दे विच की होया कि फादर ने अपनी बेटी नू कुछ पैसे दे दिते, डॉटर नू पैसे दिते ते कहा कि तू इस जायदाद इस घर तो ते उत्ते क्लेम ना करी, तेरे भरा नू मैं घर दे रहा हाँ बट पैसा तेनू दे रहा हाँ। वो पैसा लैके एग्रीमेंट होया, वो पैसा लैके बेटी ने घर बनाया, उस घर दे विच रहन लग गए। बाद विच की होया कि फादर दी डेथ तो बाद उस बेटी ने केस कर दिता कि मेरा हक है इस प्रॉपर्टी ते। ब्रदर ने कहा कि इसने एक एग्रीमेंट किया सी जिहदे विच इहने कहा है कि मैं हक नहीं लवांगी। इसने रिनाउंसिएशन डीड जो है वो साइन की है, जिहदे विच इसने रिनाउंस किया है अपना हक कि मैं हक नहीं लांगी। डी ने कहा कि ये जिहड़ा डीड है वो वॉइड है अंडर सेक्शन 6A ऑफ TPA। बट कोर्ट ने कहा कि इस डीड अंदर तू एक बेनिफिट लिया है, तू पैसे लए है, उन्हां पैसों नाल तू घर बना लिया है, इसलिए सेक्शन 6A जिहड़ा है वो इसते नहीं लगेगा, ये एग्रीमेंट वॉइड नहीं है। इस सेक्शन दे विच एक होर चीज़ लिखी गई है, भविख विच कुदरत वर्गी संभावना, फ्यूचर पॉसिबिलिटी ऑफ लाइक नेचर। फॉर एग्जाम्पल कि कोई इनाम राशि मैनू कोई मैं लॉटरी जितदी हाँ, जितन तो पहला सपोज मैं एक लॉटरी की टिकट लैनी हाँ, वो टिकट मैं किसी होर नू बेच दवां ये कह के कि मैं जित ही जाना है, 1 करोड़ मैनू मिल ही जाना है, तो आ मैं तेनू 10,000 दे विच या 10 लाख दे विच अपनी लॉटरी टिकट बेचती हाँ। मान लो मैं वो लॉटरी जित जानी है, तो क्वेश्चन ये आंदा है कि जेड़ा मैं किसी नू बेची 10 लाख ते ओ उस लॉटरी टिकट ते ओ इंसान हकदार होएगा या नहीं। तो इत्थे इस सेक्शन अंडर 6A अंडर ए आया है कि ए इट्स अ mere possibility of like nature, it may happen या इट मे नॉट हैपन। सो मैं चाहे जित गई हाँ बट उस समय तो मेरे को पैसे नहीं सी, इस वजह नाल ओ जेडी ट्रांसफर है वो वॉइड है। अगे बढ़ते हाँ कि धारा 6A NDPS दे धारा 43 दी उलट है। धारा 43 की कहती है, धारा सेक्शन 43 is the rule of feeding the grant by estoppel। फीडिंग द ग्रांट बाय एस्टॉपल की मतलब है, जेड़ा सेक्शन 43 है वो ये कहता है कि सपोज ए उसके फादर F इज द ओनर ऑफ द प्रॉपर्टी, फादर ओनर है, ए उन्हां दा बेटा है, ओ बी नू प्रॉपर्टी बेच दिंदा है ए कह के कि मैं ओनर हाँ, I am the owner। वो फ्रॉडुलेंटली मिसरिप्रजेंटेशन नाल अपने आप नू ओनर शो करके प्रॉपर्टी बी नू बेच दिंदा है। जदों बी उस तो पैसे दे दिंदा है
ਤਾਂ ਬੀ ਉਸ ਤੋਂ ਕਬਜ਼ਾ ਮੰਗਦਾ ਹੈ ਤਾਂ ਇਹ ਕਹਿੰਦਾ ਹੈ ਕਿ ਮੈਂ ਓਨਰ ਹੈ ਹੀ ਨਹੀਂ, ਮੈਂ ਟ੍ਰਾਂਸਫਰ ਕਰ ਹੀ ਨਹੀਂ ਸਕਦਾ। ਇਹ ਸਪੈਕਸ ਸੈਸ਼ਨਿਸ ਹੈ, ਇਹ ਸੈਕਸ਼ਨ 6A ਦੀ ਉਲੰਘਣਾ ਹੈ, ਇਸ ਲਈ ਇਹ ਵੋਇਡ ਹੈ। ਬਟ ਜਿਹੜਾ ਸੈਕਸ਼ਨ 43 ਹੈ ਉਹ ਇਹ ਕਹਿੰਦਾ ਹੈ ਕਿ ਅਗਰ ਇਹ ਪ੍ਰੋਪਰਟੀ ਟ੍ਰਾਂਸਫਰ ਕਰਦਾ ਹੈ ਬੀ ਨੂੰ ਝੂਠ ਬੋਲ ਕੇ ਕਿ ਮੈਂ ਓਨਰ ਹਾਂ, ਫਰਾਡ ਕਰਦਾ ਹੈ, ਤਾਂ ਅਗਰ ਕੰਟਰੈਕਟ ਹਲੇ ਚੱਲ ਰਿਹਾ ਹੈ, ਏ ਔਰ ਬੀ ਦਾ ਕੰਟਰੈਕਟ ਦੀ ਵਾਪਸੀ ਨਹੀਂ ਹੋਈ ਹੈ, ਤਾਂ ਫਾਦਰ ਦੀ ਡੈਥ ਤੋਂ ਬਾਅਦ ਅਗਰ ਇਹ ਓਨਰ ਬਣ ਜਾਂਦਾ ਹੈ ਤਾਂ ਬੀ ਉਸ ਨੂੰ ਫੋਰਸ ਕਰ ਸਕਦਾ ਹੈ ਕਿ ਉਹ ਪ੍ਰੋਪਰਟੀ ਹੁਣ ਉਸ ਨੂੰ ਉਸ ਦੀ ਪੋਜੈਸ਼ਨ ਦੇ ਦੇ। ਪੈਸੇ ਉਹ ਲੈ ਚੁੱਕਾ ਹੈ, ਕੰਟਰੈਕਟ ਚੱਲ ਰਿਹਾ ਹੈ, ਇਹ ਨੂੰ ਬਾਏ ਦੀ ਕੋਰਟ ਉਹ ਫੋਰਸ ਕਰ ਸਕਦਾ ਹੈ ਕਿ ਉਹ ਪ੍ਰੋਪਰਟੀ ਦੇ। ਹੁਣ ਡਿਸਪਿਊਟ ਕੀ ਖੜਾ ਹੁੰਦਾ ਹੈ? ਡਿਸਪਿਊਟ ਇਹ ਖੜਾ ਹੁੰਦਾ ਹੈ ਕਿ 6A ਵਿੱਚ ਤਾਂ ਅਸੀਂ ਕਹਿੰਦੇ ਹਾਂ ਕਿ ਇੱਦਾਂ ਦੀ ਟ੍ਰਾਂਸਫਰ ਵੋਇਡ ਹੈ, ਤੇ 43 ਵਿੱਚ ਅਸੀਂ ਕਹਿੰਦੇ ਹਾਂ ਕਿ ਇਹ ਵੈਲਿਡ ਹੈ। ਤਾਂ ਕੀ ਹੁਣ ਇਹਦੇ ਵਿੱਚ ਸਹੀ ਕੀ ਹੈ? ਹੁਣ ਇਹ ਦੋਨੋਂ ਸੈਕਸ਼ਨ ਜਿਹੜੇ ਹੈ ਸੇਮ ਕਾਈਂਡ ਆਫ ਸਿਚੁਏਸ਼ਨ ਨਾਲ ਡੀਲ ਕਰਦੇ ਹੈ, ਬਟ ਇਸ ਦਾ ਇੰਪੈਕਟ, ਇਸ ਦੇ ਕੰਸੀਕੁਐਂਸਿਸ ਡਿਫਰੈਂਟ ਹੈ। 6A ਦੇ ਵਿੱਚ ਜਿਹੜਾ ਟ੍ਰਾਂਸਫਰਰ ਹੈ, ਸੈਲਰ ਹੈ, ਉਹ ਬੀ ਨੂੰ ਝੂਠ ਨਹੀਂ ਬੋਲਦਾ ਕਿ ਮੈਂ ਓਨਰ ਹਾਂ। ਉਹ ਬੀ ਨੂੰ ਕਹਿੰਦਾ ਹੈ ਕਿ ਮੈਨੂੰ ਹੀ ਮਿਲੇਗੀ, ਆਈ ਐਮ ਦੀ ਸਨ ਆਫ ਐਫ, ਮੈਂ ਐਫ ਦਾ ਇਕਲੌਤਾ ਬੇਟਾ ਹੈ, ਕੱਲ ਨੂੰ ਇਹ ਪ੍ਰੋਪਰਟੀ ਸਾਰੀ ਦੀ ਸਾਰੀ ਮੈਨੂੰ ਹੀ ਮਿਲਣੀ ਹੈ। ਸੋ ਉਹ ਜਾਣਦੇ ਹੋਏ ਬੀ ਇਸ ਨੂੰ ਪਰਚੇਜ਼ ਕਰਦਾ ਹੈ। ਬਟ ਸੈਕਸ਼ਨ 43 ਦੇ ਵਿੱਚ ਉਹ ਜਾਣਦੇ ਬੀ ਨੂੰ ਝੂਠ ਬੋਲਦਾ ਹੈ, ਇਹ ਜੋ ਹੈ ਉਹ ਬੀ ਨੂੰ ਝੂਠ ਬੋਲਦਾ ਹੈ, ਉਹ ਫਰਾਡ ਕਰਦਾ ਹੈ, ਮਿਸ ਰਿਪਰੈਜ਼ੈਂਟੇਸ਼ਨ ਕਰਦਾ ਹੈ ਕਿ ਉਹ ਓਨਰ ਹੈ। ਦੂਸਰਾ ਸੈਕਸ਼ਨ 6A ਜਿਹੜਾ ਹੈ ਉਹ ਸਬਸਟੈਂਟਿਵ ਲਾਅ ਹੈ, ਬਟ ਸੈਕਸ਼ਨ 43 ਜਿਹੜਾ ਹੈ ਐਸਟੋਪਲ ਦਾ ਲਾਅ ਹੈ। ਐਸਟੋਪਲ ਮੀਨਸ ਯੂ ਆਰ ਸਟਾਪਡ from going back on your words। ਜਿਹੜੀ ਤੁਸੀਂ ਗੱਲ ਕਹੀ ਹੈ ਉਸ ਗੱਲ ਤੋਂ ਤੁਸੀਂ ਬਾਅਦ ਵਿੱਚ ਮੁੱਕਰ ਨਹੀਂ ਸਕਦੇ। ਸੈਕਸ਼ਨ 43 ਜਿਹੜਾ ਹੈ ਉਹ ਐਸਟੋਪਲ ਦਾ ਰੂਲ ਹੈ, ਜਦਕਿ 6A ਲਾਅ ਦਾ ਰੂਲ ਹੈ। ਅੱਗੇ ਚੱਲਦੇ ਹੋਏ ਜਿਹੜਾ ਡਿਫਰੈਂਸ ਮੇਜਰ ਇਹਨਾਂ ਦੇ ਵਿੱਚ ਹੈ, ਸੈਕਸ਼ਨ 43 ਉੱਥੇ ਅਪਲਾਈ ਕਰਦਾ ਹੈ ਜਿੱਥੇ ਸੇਲ ਕੀਤੀ ਗਈ ਹੈ, consideration is passed, there is a sale of the property। but ਜਿਹੜੀ 6A ਹੈ ਇਹ ਅਪਲਾਈ ਕਰਦੀ ਹੈ on every kinds of transfer। ਉਹ ਟ੍ਰਾਂਸਫਰ ਸੇਲ ਹੋ ਸਕਦੀ ਹੈ, ਮॉर्गेज ਹੋ ਸਕਦੀ ਹੈ, ਗਿਫਟ ਹੋ ਸਕਦੀ ਹੈ, on any kinds of transfer। 6A ਜੋ ਹੈ ਦੋਨੋਂ ਕਿਸਮਾਂ ਦੀ ਪ੍ਰੋਪਰਟੀ ਤੇ ਚੱਲਦੀ ਹੈ, ਚੱਲ ਅਤੇ ਅਚਲ, ਮੂਵੇਬਲ ਪ੍ਰੋਪਰਟੀ ਐਂਡ ਇਮੂਵੇਬਲ ਪ੍ਰੋਪਰਟੀ ਦੋਵਾਂ ਤੇ ਲਾਗੂ ਹੁੰਦੀ ਹੈ। ਲੇਕਿਨ ਧਾਰਾ 43 ਜਿਹੜੀ ਹੈ ਉਹ ਸਿਰਫ ਇਮੂਵੇਬਲ ਪ੍ਰੋਪਰਟੀ ਅਚਲ ਜਾਇਦਾਦ ਤੇ ਲਾਗੂ ਹੁੰਦੀ ਹੈ। 6A ਅੰਡਰ ਜਿਹੜੀ ਵੀ ਟ੍ਰਾਂਸਫਰ ਹੈ ਉਹ ਵੋਇਡ ਅਬਨੀਸ਼ੀਓ ਹੈ, ਸ਼ੁਰੂ ਤੋਂ ਹੀ ਵੋਇਡ ਅਬਨੀਸ਼ੀਓ। ਅਬਨੀਸ਼ੀਓ ਮੀਨਸ ਸ਼ੁਰੂ ਤੋਂ ਹੀ, ਬੇਸ ਤੋਂ ਹੀ, ਬਿਗਨਿੰਗ ਤੋਂ ਹੀ ਉਹ ਵੋਇਡ ਟ੍ਰਾਂਸਫਰ ਹੈ। ਬਟ 43 ਅੰਡਰ ਜਿਹੜੀ ਟ੍ਰਾਂਸਫਰ ਹੈ ਉਹ ਵੋਇਡੇਬਲ ਹੈ। ਵੋਇਡੇਬਲ ਕਿਸ ਤਰ੍ਹਾਂ ਹੈ? ਦੋ ਚੀਜ਼ਾਂ, ਦੋ ਕੰਡੀਸ਼ਨ ਸੈਟੀਸਫਾਈ ਹੋਣੀਆਂ ਚਾਹੀਦੀਆਂ ਹੈ ਵੋਇਡੇਬਿਲਟੀ ਲਈ। ਦੋ ਕਿਹੜੀਆਂ ਕੰਡੀਸ਼ਨਸ ਹੈ? ਇੱਕ ਹੈ ਕਿ ਕੰਟਰੈਕਟ ਇਜ਼ ਸਟਿਲ ਸਬਸਿਸਟਿੰਗ, ਤੇ ਦੂਸਰੀ ਹੈ ਪ੍ਰੋਪਰਟੀ is available with the transferor, still available with the transferor। ਕਿਸ ਤਰ੍ਹਾਂ ਮੈਂ ਤੁਹਾਨੂੰ ਸਮਝਾਉਂਦੀ ਹਾਂ। ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ, A ਨੇ ਝੂਠ ਬੋਲ ਕੇ fraudulently B ਨੂੰ ਪ੍ਰੋਪਰਟੀ ਵੇਚੀ,
ਉਹ ਪ੍ਰੋਪਰਟੀ X ਕਿਹੜੀ ਸੀ? ਉਹ ਪ੍ਰੋਪਰਟੀ X ਐਸੀ ਸੀ ਜਿਸ ਦਾ Z ਓਨਰ ਸੀ। ਇਹ Z ਕੌਣ ਸੀ? ਉਹ A ਦਾ ਫਾਦਰ ਸੀ। ਲੇਕਿਨ A ਨੇ ਕਿਹਾ ਮੈਂ ਓਨਰ ਹਾਂ। B ਨੇ ਉਸ ਕੰਟਰੈਕਟ ਦੇ ਅੰਦਰ ਕੁਝ ਪੈਸੇ ਦੇ ਦਿੱਤੇ ਜਾਂ ਸਾਰੇ ਪੈਸੇ A ਨੂੰ ਦੇ ਦਿੱਤੇ। ਹੁਣ ਉਹ ਰਜਿਸਟਰੀ ਮੰਗ ਰਿਹਾ ਹੈ ਬਟ A ਰਜਿਸਟਰੀ ਨਹੀਂ ਕਰਵਾ ਰਿਹਾ। ਕੰਟਰੈਕਟ ਹਲੇ ਸਬਸਿਸਟਿੰਗ ਹੈ, ਕੰਟਰੈਕਟ ਐਂਡ ਨਹੀਂ ਕੀਤਾ। B ਨੇ ਕੋਰਟ 'ਚ ਦਾਵਾ ਕਰਕੇ ਆਪਣਾ ਕੰਟਰੈਕਟ ਵਾਪਸ ਨਹੀਂ ਲਿਆ। ਐਸੀ ਸਿਚੁਏਸ਼ਨ ਦੇ ਵਿੱਚ ਅਗਰ ਕੰਟਰੈਕਟ ਚੱਲ ਰਿਹਾ ਹੈ ਤੇ ਪ੍ਰੋਪਰਟੀ ਹੁਣ A ਕੋਲ ਆ ਗਈ ਹੈ। ਫਾਦਰ ਦੀ ਡੈਥ ਹੋ ਗਈ, ਫਾਦਰ ਦੀ ਡੈਥ ਤੋਂ ਬਾਅਦ A ਕੋਲ ਪ੍ਰੋਪਰਟੀ ਆ ਗਈ ਹੈ ਤੇ A ਨੇ ਇਸ ਨੂੰ ਅੱਗੇ ਕਿਸੇ ਹੋਰ ਨੂੰ ਨਹੀਂ ਵੇਚਿਆ, ਤਾਂ ਇਹ ਕੰਟਰੈਕਟ ਜਿਹੜਾ ਹੈ voidable ਹੈ ਐਟ ਦੀ ਆਪਸ਼ਨ ਆਫ B। ਹੁਣ B ਚਾਵੇ ਇਸ ਕੰਟਰੈਕਟ ਨੂੰ ਐਨਫੋਰਸ ਕਰਵਾ ਸਕਦਾ ਹੈ ਜਾਂ B ਚਾਵੇ ਇसी ਕੰਟਰੈਕਟ ਨੂੰ void ਡਿਕਲੇਅਰ ਕਰਵਾ ਕੇ ਆਪਣੇ ਦਿੱਤੇ ਹੋਏ ਸਾਰੇ ਪੈਸੇ along with interest ਵਾਪਸ ਲੈ ਸਕਦਾ ਹੈ। ਬਟ ਜਿਹੜਾ ਸੈਕਸ਼ਨ 6A ਹੈ ਉਹ void ab initio। ਇੱਦਾਂ ਦੀ ਕੋਈ ਵੀ ਟ੍ਰਾਂਸਫਰ ਜਿਹੜੀ ਕੀਤੀ ਗਈ ਹੈ ਉਹ ਟ੍ਰਾਂਸਫਰ ਵੈਲਿਡ ਹੈ ਹੀ ਨਹੀਂ। ਉਹਦੇ ਵਿੱਚ ਚਾਹੇ ਪੈਸਿਆਂ ਦਾ ਆਦਾਨ ਪ੍ਰਦਾਨ ਹੋਇਆ ਹੋਵੇ ਫਿਰ ਵੀ ਉਹ void ਹੈ। ਕਿਉਂਕਿ ਉਹਦੇ ਵਿੱਚ B ਨੇ ਜਾਣਦੇ ਬੁੱਝਦੇ A ਨੇ ਉਸਨੂੰ ਦੱਸਿਆ ਕਿ I am not the owner of the property, ਮੇਰੇ ਫਾਦਰ ਓਨਰ ਹੈ, ਕੱਲ ਨੂੰ ਇਹ ਮੈਨੂੰ ਮਿਲੇਗੀ ਜਦੋਂ ਉਹਨਾਂ ਦੀ ਡੈਥ ਹੋ ਜਾਏਗੀ। ਬਟ ਫਿਰ ਵੀ ਜਾਣਦੇ ਹੋਏ B ਨੇ ਪ੍ਰੋਪਰਟੀ ਖਰੀਦੀ ਹੈ ਤਾਂ ਇਹ ਕੰਟਰੈਕਟ ਜਿਹੜਾ ਹੈ ਇਹ void ਹੈ। ਸੋ voidable ਤਦ ਹੈ ਕਿ ਜਦੋਂ B ਦੇ ਨਾਲ ਕੁਝ ਦਗਾ ਜਾਂ ਝੂਠ ਜਾਂ ਫਰਾਡ ਜਾਂ ਮਿਸਰੀਪ੍ਰੈਜ਼ੈਂਟੇਸ਼ਨ ਹੋਇਆ ਹੈ। ਅਗਲਾ ਇੰਪੋਰਟੈਂਟ ਪੁਆਇੰਟ ਜਾਂ ਮੁੱਦਾ ਆਂਦਾ ਹੈ ਕਿ ਜੇ ਇੱਕ ਟ੍ਰਾਂਸਫਰ ਕੀਤੀ ਜਾਵੇ to a person who is legally disqualified to be a transferee, ਕੀ ਉਹ ਵੈਲਿਡ ਹੈ? ਕਾਨੂੰਨੀ ਤੌਰ ਤੇ ਉਹ ਟ੍ਰਾਂਸਫਰ ਲੈ ਨਹੀਂ ਸਕਦਾ, ਉਸ ਦੇ ਯੋਗ ਨਹੀਂ ਹੈ। ਸੋ ਐਸੀ ਟ੍ਰਾਂਸਫਰ ਜੋ ਹੈ ਉਹ void ਹੋਏਗੀ, ਉਹ ਰੱਦ ਹੋਏਗੀ। ਫॉर एग्जाम्पल ਇੱਕ ਮਾਈਨਰ, ਜੇ ਮਾਈਨਰ ਨੂੰ ਪ੍ਰੋਪਰਟੀ ਜਾਂ ਸਾਊਂਡਨੈਸ ਆਫ ਮਾਈਂਡ, disqualification है of age and soundness of mind, section 7 of Transfer of Property Act provides that the transferee should be a competent person to transfer and transferor too should be competent person। but ਉਹਦੇ ਵਿੱਚ section 6 ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚਾਹੇ ਮਾਈਨਰ ਜੋ ਹੈ ਉਹ ਮਾਈਨਰ ਨੂੰ प्रॉपर्टी ਜਿਹੜੀ ट्रांसफर ਕੀਤੀ ਗਈ ਹੈ ਉਹ void ਹੈ but minor is not disqualified to be a transferee। ਕਹਿਣ ਦਾ ਭਾਵ ਇਹ ਹੈ ਕਿ minor is competent transferee। Transferee means buyer। minor is competent to buy the property, obviously he will buy it through his guardian। but ਇਹ ਬਹੁਤ ਜ਼ਰੂਰੀ ਹੈ ਇਹਦੇ ਲਈ ਕਿ ਉਹ ਜਿਹੜੀ ਸੇਲ ਹੈ ਉਹ for the benefit of the minor ਹੋਣੀ ਚਾਹੀਦੀ ਹੈ। ਅਗਰ ਕੋਰਟ ਨੂੰ ਇਹ ਦਿਖਦਾ ਹੈ ਕਿ ਇੱਕ ਪ੍ਰਾਪਰਟੀ ਜਿਸ ਦੀ ਵੈਲਿਊ ਸਿਰਫ 2 ਲੱਖ ਹੈ ਮਾਈਨਰ ਨੂੰ 10 ਲੱਖ ਦੇ ਵਿੱਚ ਵੇਚੀ ਗਈ ਹੈ, ਐਸੀ ਸਿਚੁਏਸ਼ਨ ਵਿੱਚ ਕੋਰਟ ਐਸੀ ਸੇਲ ਨੂੰ void ਡਿਕਲੇਅਰ ਕਰ ਸਕਦਾ ਹੈ। ਹੀ ਮਾਈਨਰ ਇਜ਼ ਕੰਪੀਟੈਂਟ ਟ੍ਰਾਂਸਫਰੀ ਬਟ ਜੋ ਵੀ ਟ੍ਰਾਂਸਫਰ ਹੋਏਗੀ ਇਟ ਵਿਲ ਬੀ ਫॉर ਦੀ ਬੈਨੀਫਿਟ ਆਫ ਦੀ ਮਾਈਨਰ। ਹੁਣ ਟ੍ਰਾਂਸਫਰ ਆਫ ਪ੍ਰਾਪਰਟੀ ਐਕਟ ਦੇ ਵਿੱਚ ਐਸਾ ਵੀ ਕੁਝ ਮੈਂਸ਼ਨਡ ਹੈ ਕਿ ਇਹ ਲੋਕ ਟ੍ਰਾਂਸਫਰੀ ਨਹੀਂ ਬਣ ਸਕਦੇ। ਉਹ ਕੌਣ ਲੋਕ ਹੈ? ਆਫਿਸਰ, ਜੱਜ, ਕਾਨੂੰਨੀ ਪ੍ਰੈਕਟੀਸ਼ਨਰ ਜਾਂ ਅਦਾਲਤ ਨਾਲ ਜੁੜੇ ਅਧਿਕਾਰੀ ਜੋ ਹੈ they are prohibited from purchasing the property
which is the actionable claim. Suppose उस property ਦੇ ਨਾਲ related दावा ਕੀਤਾ ਗਿਆ, केस ਕੀਤਾ ਗਿਆ, तो ऐसी situation ਦੇ ਵਿੱਚ ਉਸੇ ਕੋਰਟ ਦੇ ਜੱਜ ਜਾਂ ਉਹਦੇ ਲੀਗਲ ਪ੍ਰੈਕਟੀਸ਼ਨਰ ਜਾਂ ਅਫੀਸ਼ੀਅਲਸ ਜਿਹੜੇ ਹੈ ਉਹ ਪ੍ਰੋਪਰਟੀ ਖਰੀਦ ਨਹੀਂ ਸਕਦੇ ਹੈ। ਲਾਸਟ ਪੁਆਇੰਟ ਜਿਹੜਾ ਮੈਂ ਤੁਹਾਡੇ ਸਾਹਮਣੇ ਲੈ ਕੇ ਆਣਾ ਚਾਹਨੀ ਹੈ ਉਹ ਹੈ ਸਟੈਚੂਟਰੀ ਪ੍ਰੋਹਿਬਿਸ਼ਨਸ ਔਨ ਟ੍ਰਾਂਸਫਰ ਆਫ ਇੰਟਰਸਟ। ਕੁਝ ਕਾਨੂੰਨੀ ਪਾਬੰਦੀਆਂ ਜਿਹੜੀਆਂ ਤਬਾਦਲੇ ਤੇ ਲੱਗਦੀਆਂ ਹੈ, ਜਿਵੇਂ ਕਿ ਇੱਕ ਕਿਰਾਏਦਾਰ ਹੈ, ਸਪੋਜ਼ ਉਹਦੇ ਕੋਲ ਅਨਟ੍ਰਾਂਸਫਰੇਬਲ ਰਾਈਟ ਆਫ ਆਕਿਊਪੈਂਸੀ ਹੈ, ਉਹ ਆਪਣਾ ਰਾਈਟ ਆਫ ਆਕਿਊਪੈਂਸੀ ਜਿਹੜਾ ਹੈ ਉਹ ਟ੍ਰਾਂਸਫਰ ਨਹੀਂ ਕਰ ਸਕਦਾ। ਰਾਈਟ ਆਫ ਆਕਿਊਪੈਂਸੀ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ। ਹੁਣ ਇੱਕ ਟੈਨੈਂਟ ਹੈ, ਇੱਕ ਟੈਨੈਂਟ ਅਬ ਐਜ਼ ਅ ਟੈਨੈਂਟ ਕਿਰਾਏਦਾਰ ਇੱਕ ਘਰ ਦੇ ਵਿੱਚ ਬੈਠਾ ਹੈ, ਉਸਦੇ ਕੋਲ ਲੈਂਡਲॉर्ड ਮਾਲਕ ਨੇ ਇਹ ਰਾਈਟ ਨਹੀਂ ਦਿੱਤਾ ਕਿ ਉਹ ਆਪਣਾ ਰਹਿਣਾ, ਆਪਣੀ ਆਕਿਊਪੈਂਸੀ ਕਿਸੇ ਹੋਰ ਨੂੰ ਟ੍ਰਾਂਸਫਰ ਕਰ ਸਕੇ। ਸੋ ਉਹਨੂੰ ਜਿਹੜਾ ਰਾਈਟ ਦਿੱਤਾ ਗਿਆ ਹੈ, ਲੀਗਲੀ ਕੀ ਹੁੰਦਾ ਹੈ ਕਿ ਜਿਹੜਾ ਰਾਈਟ ਤੁਹਾਡੇ ਕੋਲ ਹੈ ਤੁਸੀਂ ਅੱਗੇ ਉਸ ਨੂੰ ਟ੍ਰਾਂਸਫਰ ਕਰ ਸਕਦੇ ਹੋ। ਜੇ ਤੁਹਾਡੇ ਕੋਲ ਓਨਰਸ਼ਿਪ ਹੈ ਤਾਂ ਤੁਸੀਂ ਓਨਰਸ਼ਿਪ ਟ੍ਰਾਂਸਫਰ ਕਰ ਸਕਦੇ ਹੋ, ਜੇ ਤੁਹਾਡੇ ਕੋਲ ਪੋਜੈਸ਼ਨ ਹੈ ਤਾਂ ਤੁਸੀਂ ਪੋਜੈਸ਼ਨ ਟ੍ਰਾਂਸਫਰ ਕਰ ਸਕਦੇ ਹੋ। ਬਟ ਜੇ ਮਾਲਕ ਮਕਾਨ ਨੇ ਕੰਡੀਸ਼ਨ ਲਗਾਈ ਹੈ ਕਿ ਤੂੰ ਆਪਣਾ ਰਹਿਣਾ ਕਿਸੇ ਹੋਰ ਨੂੰ ਟ੍ਰਾਂਸਫਰ ਨਹੀਂ ਕਰ ਸਕਦਾ, ਜਿਸ ਤਰ੍ਹਾਂ ਕਈ ਵਾਰੀ ਅਸੀਂ ਦੇਖਦੇ ਹਾਂ ਇੱਕ ਟੈਨੈਂਟ ਨੇ ਘਰ ਲਿਆ, ਉਹ ਕੋਈ ਸਬ ਟੈਨੈਂਟ ਰੱਖ ਦਿੰਦਾ ਹੈ, ਕਿਸੇ ਹੋਰ ਨੂੰ ਟੈਨੈਂਟ ਉੱਥੇ ਰੱਖ ਦਿੰਦਾ ਹੈ। ਜੇ ਤਾਂ ਕੰਡੀਸ਼ਨ ਵਿੱਚ ਲਿਖਿਆ ਹੈ ਕਿ ਲਿਖਿਆ ਨਹੀਂ ਹੈ ਕਿ ਤੂੰ ਸਬ ਟੈਨੈਂਟ ਨਹੀਂ ਰੱਖ ਸਕਦਾ, ਤਦ ਇੱਕ ਟੈਨੈਂਟ ਕੋਲ ਰਾਈਟ ਹੈ ਕਿ ਉਹ ਇੱਕ ਸਬ ਟੈਨੈਂਟ ਰੱਖ ਸਕਦਾ ਹੈ। ਬਟ ਜੇ ਉਹਦੇ ਕੋਲ ਅਨਟ੍ਰਾਂਸਫਰੇਬਲ ਰਾਈਟ ਆਫ ਆਕਿਊਪੈਂਸੀ ਹੈ ਤਾਂ ਉਹ ਜਿਹੜੀਆਂ ਟੈਨੈਂਸੀ ਹੈ ਉਸ ਨੂੰ ਟ੍ਰਾਂਸਫਰ ਨਹੀਂ ਕਰ ਸਕਦਾ। ਬਟ ਕੁਝ ਐਸੇ ਇਨੈਕਟਮੈਂਟਸ, ਕੁਝ ਐਸੇ ਐਕਟ ਹੈ ਜਿਸ ਤਰ੍ਹਾਂ ਬੰਗਾਲ ਟੈਨੈਂਸੀ ਐਕਟ 1885 ਦਾ, ਜਿਹਦੇ ਵਿੱਚ ਟ੍ਰਾਂਸਫਰ ਆਫ ਟੈਨੈਂਸੀ ਬਾय ਦ ਟੈਨੈਂਟ ਇਜ਼ ਕੰਸੀਡਰਡ ਵੋਇਡ। ਜਨਰਲ ਰੂਲ ਤਾਂ ਇਹ ਕਹਿੰਦਾ ਹੈ ਕਿ ਟੈਨੈਂਸੀਜ਼ ਆਰ ਟ੍ਰਾਂਸਫਰੇਬਲ। दूसरा हक है फार्मर ਨੂੰ, किसान ਨੂੰ, जिसने पेमेंट करनी है ऑफ रेवेन्यू, वो अपना right to make the payment of the revenue, he cannot transfer that right। तीसरा है lessee of an estate under the management of court of wards, वो भी अपनी property ਨੂੰ transfer अपना इस right of being a tenant in the estate, he cannot transfer the property। so ਇਹ ਸੀ ਕੁਝ ਅਸੀਂ ਟੈਨੈਂਸੀ ਦੇ ਨਾਲ ਰਿਲੇਟਡ ਕੁਝ ਰਾਈਟਸ ਇਨ ਦ ਪ੍ਰੋਪਰਟੀ। ਪਹਿਲੇ ਅਸੀਂ ਸਮਝਿਆ ਕਿ ਪ੍ਰੋਪਰਟੀ ਦੀ ਭਾਸ਼ਾ ਦੇ ਵਿੱਚ ਕੀ ਅਰਥ ਹੈ, ਤੇ ਟ੍ਰਾਂਸਫਰ ਆਫ ਪ੍ਰੋਪਰਟੀ ਐਕਟ ਦੇ ਵਿੱਚ ਕਿਹੜੀਆਂ ਚੀਜ਼ਾਂ ਟ੍ਰਾਂਸਫਰ ਕੀਤੀਆਂ ਜਾ ਸਕਦੀਆਂ ਹੈ, ਕਿਹੜੀ ਚੀਜ਼ ਪ੍ਰੋਪਰਟੀ 'ਚ ਆਂਦੀ ਹੈ ਤੇ ਇਸ ਨੂੰ ਟ੍ਰਾਂਸਫਰ ਕਿਸ ਤਰ੍ਹਾਂ ਕਰ ਸਕਦੇ ਹਾਂ। ਫਿਰ ਬਾਅਦ ਵਿੱਚ ਅਸੀਂ ਕੁਝ ਸਟੈਚੂਟਰੀ ਪ੍ਰੋਹਿਬਿਸ਼ਨਸ ਕੀਤੀਆਂ ਹੈ ਔਨ ਟ੍ਰਾਂਸਫਰ ਆਫ ਪ੍ਰੋਪਰਟੀ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ। Hello everybody, welcome back, and here I am to give a preview, very short obviously, in the area of what we mean by operation research and optimizations. So, we know operation research and optimization is used generally where you have some resources and you want to utilize them in the best possible way considering what your main objective is. Now, if we stop here and go back in the past, so the obvious question comes, from where did this technique of operation research and optimization, which is an area of mathematical techniques, come into the existence. So, generally even though the work has started from areas of mathematics, economics, but generally it is considered that operation research and optimization were very heavily used and it became popular during World War II in trying to schedule different resources, manpower, armaments, considering there were resource constraints, time constraints and space constraints and so on and so forth. Now, for the general public, it should be aware that
we consider from the academic point of view, there are different people, very famous people who have worked, but George Danzig is considered the father who really proposed the technique of linear programming as a very nice tool where you can use operation research techniques in order to optimize the resources which are there depending on different constraints which you have. And after that, things have really moved very fast. They have been developing throughout the world, they have been usage, they are different type of societies, so on and so forth. And in course of time we see and we still find exciting areas of application, but theoretically there has been a growth in techniques like robust optimization, stochastic optimization, dynamic programming, parametric programming, nonlinear programming, so on and so forth, and they are used depending on the concept and the areas of application which we see for either finance, for marketing, for scheduling, for engineering field, and so on and so forth. Now, application of OR and optimization, if somebody asks, is a very difficult question to answer, because if I start now, it will almost take about 1 hour to give you all the areas of application of optimization operation research are. But to keep it very brief, considering that you are all ready and eager to take that as a subject, I will just highlight the areas of applications, some of which are in scheduling, in assignment problem, in facility location, like you want to build up a factory, you want to build up some storehouse, so on and so forth. It is used in network flows, like you want to transport some goods, transport manpower from one area to another area. So, how we will try to basically do it in the best possible way. What is best would obviously depend on how you are trying to use optimization as a tool in different areas. It can be used, operation research and optimization can be used in health services, in financial portfolio management, asset liability management, game theory, and so on and so forth. Now, in the recent past, even though it is very well known, but still I would like to highlight the point that the computing powers and the techniques of operation research and obviously in statistics has exponentially grown. And with very sophisticated programming being available, like we know that there is MATLAB, there is R, there is SAS, which are different type of optimization tools. We see nowadays that operation research and optimization is also used in health sciences, in gene replication theory, in area of say for example prediction of weather, in the area of say for example prediction of earthquake, how you find out the best possible way to take actions such that it meets your overall demand. Say for example in prediction of earthquakes, you would like to basically build up your houses, build up the dams, build up the overall locations of people staying in different localities in such a way that the minimization of the losses are sustained. Furthermore, after the advent of computing and advent of different techniques, we see many meta heuristic and heuristic techniques are very heavily used in parlance of operation research and optimization by joining them together such that you get the best benefit. So, if the question arises what are the meta heuristic techniques, I would again be very brief, because again there is a huge amount of literature, huge amount of application areas, huge amount of research which are being done in the area of genetic algorithm, taboo search, ant colony optimization, simulated annealing, then in the area of particle swarm optimization, in the area of artificial immune system, and so on and so forth. In the coming years, it is thought, and definitely with some positive viewpoint, that the area of multi-criteria decision making and multi-objective programming, where you use different type of tools and use the different advancement of optimization which has been made in such a way that you can basically optimize two different objective functions which are there in front of you, such that either if considering the area of finance, you can either maximize your return for the portfolio or minimize the risk also, or say for example you want to basically have a layout such that minimization of cost is one factor and the maximization of say for example benefit which accrues to different type of users in this overall layout can be attained at the same time. So, obviously it means that what we are seeing is a huge application of optimization along with different type of computing and heuristic techniques,
such that in years to come this area of optimization would become one of the best tools where you accrue and get the benefits in the best possible way. And I am sure that the students or the participants who will take this course will find it an exciting add-on to their CVs and to their curriculum vitae, such that they can understand the techniques, how they can be used in the best possible practical sense. Thank you.